ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ 35ਵਾਂ ਅੰਗ। ਤੂੰ ਵੀ ਬਦਲ ਫਲਕ ਕੇ ਜ਼ਮਾਨਾ ਬਦਲ ਗਿਆ। ਜਿਨ੍ਹਾਂ ਮਹਾਂਪੁਰਸ਼ਾਂ ਦੇ ਹਿਰਦੇ 'ਚ ਨਾਮ ਦੀ ਚੰਗਿਆੜੀ ਭਖਦੀ ਹੋਵੇ, ਉਹਨਾਂ ਦੀ ਚਰਨ ਛੋਹ ਸਰੀਰ ਨੂੰ ਵੀ ਪਵਿੱਤਰ ਬਣਾ ਦਿੰਦੀ ਹੈ। ਕੋਈ ਸਮਾਂ ਸੀ ਮੁਗਲਾਂ ਦਾ ਹਿੰਦੂਆਂ 'ਤੇ ਇੰਨਾ ਰੋਹਬ ਸੀ ਕਿ ਇੱਕ ਮੁਗਲ ਸਿਪਾਹੀ 100 ਹਿੰਦੂਆਂ ਨੂੰ ਭੇਡਾਂ ਵਾਂਗ ਅੱਗੇ ਲਾਈ ਫਿਰਦਾ ਸੀ। ਦਸਮ ਪਾਤਸ਼ਾਹ ਆਏ, ਮੁਰਦੇ ਦਿਲਾਂ 'ਚ ਉਹਨਾਂ ਨੇ ਜਾਨ ਪਾਈ। ਉਹੀ ਨਿਮਾਣੇ ਹਿੰਦੂ ਅੰਮ੍ਰਿਤ ਛਕ ਕੇ ਇੰਨੇ ਸੂਰਮੇ ਬਣੇ ਕਿ 10ਵੇਂ ਪਾਤਸ਼ਾਹ ਤੋਂ ਸੈਂਕੜੇ ਸਾਲ ਬਾਅਦ ਵੀ ਪਠਾਣੀਆਂ ਤੇ ਬੱਚਿਆਂ ਨੂੰ ਹਰੀਆ ਰਾਗਲਾ ਕਹਿ ਕੇ ਡਰਾਉਂਦੀਆਂ ਰਹੀਆਂ। ਸੱਚਮੁੱਚ ਜਦ ਕਿਸੇ ਦੇਸ਼ ਜਾਂ ਕੌਮ ਦੀ ਹਾਲਤ ਬਹੁਤ ਗਿਰ ਜਾਏ ਤਾਂ ਪਰਮਾਤਮਾ ਨੂੰ ਨਵੇਂ ਸਿਰਿਓਂ ਚੁੱਕਣ ਲਈ ਕੋਈ ਮਹਾਂਪੁਰਖ ਭੇਜਦਾ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦੀ ਰੂਹ ਉਹਨਾਂ ਦੇ ਸੰਸਾਰ ਤੋਂ ਲੋਪ ਹੋਣ ਤੋਂ ਸਦੀਆਂ ਪਿੱਛੋਂ ਵੀ ਮੁਰਦੇ ਦਿਲਾਂ 'ਚ ਜਾਨ ਪਾਉਂਦੀ ਰਹਿੰਦੀ ਹੈ। ਸਿੱਖ ਕੌਮ ਹਿੰਦੂਆਂ ਤੋਂ ਹੀ ਬਣੀ। ਇਹਦੇ ਜਨਮਦਾਤਾ ਗੁਰੂ ਗੋਬਿੰਦ ਸਿੰਘ ਜੀ ਬਹੁਤ ਚਿਰ ਦੇ ਜੋਤੀ ਜੋਤ ਸਮਾ ਚੁੱਕੇ ਹਨ, ਪਰ ਉਹਨਾਂ ਦੀ ਰੂਹ ਦਾ ਸਦਕਾ ਸਿੱਖ ਕੌਮ ਅਜੇ ਤੱਕ ਸੂਰਮਿਆਂ ਦੀ ਕੌਮ ਹੈ। ਅੱਜ ਇੱਕ ਹਿੰਦੂ ਹੈ, ਕੱਲ੍ਹ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦਾ ਹੈ। ਉਹ ਸਮਝਦਾ ਹੈ ਕਿ ਮੇਰੇ ਤਾਰ ਦਸਮ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ ਅਤੇ ਮੈਂ ਸਿੱਖੀ ਆਨ ਸ਼ਾਨ ਦਾ ਪਹਿਰੇਦਾਰ ਹਾਂ। ਇਹ ਤੋਂ ਦੂਜੇ ਦਰਜੇ ਦੇ ਜੋ ਮਹਾਂਪੁਰਖ ਸੰਸਾਰ 'ਚ ਆਉਂਦੇ, ਉਹਨਾਂ ਦਾ ਅਸਰ ਥੋੜ੍ਹੀ ਥਾਂ ਵਿੱਚ ਹੈ ਅਤੇ ਉਹਨਾਂ ਦੇ ਜੀਵਨ ਤੱਕ ਹੀ ਮਹਿਦੂਦ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਅਜਿਹੀ ਸ਼ਖਸੀਅਤ ਸੀ ਜਿਹਨੇ ਸਾਰੀਆਂ ਸਿੱਖ ਮਿਸਲਾਂ ਨੂੰ ਇਕੱਠਾ ਕੀਤਾ, ਹਿੰਦੂਆਂ ਮੁਸਲਮਾਨਾਂ ਨੂੰ ਨਾਲ ਲੈ ਕੇ ਪੰਜਾਬ 'ਚ ਪੰਜਾਬੀਆਂ ਦਾ ਰਾਜ ਕਾਇਮ ਕੀਤਾ। ਲੋਕੀ ਭਾਵੇਂ ਉਹਦੇ ਰਾਜ ਨੂੰ ਸਿੱਖਾਂ ਦਾ ਰਾਜ ਕਹਿੰਦੇ ਆ, ਪਰ ਜਿਸ ਰਾਜ ਪ੍ਰਬੰਧ ਦੇ ਫਕੀਰ ਅਜ਼ੀਜ਼ੋਦੀਨ ਤੇ ਰਾਜ ਦੀਨਾਨਾਥ ਵਰਗੇ ਰੁਕਨ ਹੋਣ, ਉਹ ਕੇਵਲ ਸਿੱਖ ਰਾਜ ਨਹੀਂ ਬਲਕਿ ਸਾਰੇ ਪੰਜਾਬੀਆਂ ਦਾ ਸਾਂਝਾ ਰਾਜ ਕਹਿਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮਿਟਣ ਦੀ ਦੇਰ ਸੀ ਕਿ ਸਭ ਖੇਡ ਉੱਠ ਗਈ ਅਤੇ ਸਾਰਾ ਨਕਸ਼ਾ ਸਿਨੇਮੇ ਦੇ ਸੀਨ ਵਾਂਗ ਤਬਦੀਲ ਹੋ ਗਿਆ। ਸਮੁੱਚੇ ਮਨੁੱਖ ਅਜੇ ਪਸ਼ੂ ਬਿਰਤੀ ਤੋਂ ਉੱਚੇ ਨਹੀਂ ਹੋਏ। ਪਸ਼ੂਆਂ ਵਾਂਗ ਇੱਕ ਦੂਜੇ ਤੋਂ ਖੋਹਦੇ, ਪਸ਼ੂਆਂ ਵਾਂਗ ਇੱਕ ਦੂਜੇ ਨੂੰ ਧੁੱਸਾ ਮਾਰਦੇ ਆ। ਪਰਮਾਤਮਾ ਦੀ ਜੋਤ ਜਦ ਕਿਸੇ ਮਹਾਂਪੁਰਖ ਰਾਹੀਂ ਉਹਨਾਂ ਦੇ ਹਿਰਦੇ ਨੂੰ ਜਗਾਉਂਦੀ ਹੈ ਤਾਂ ਉਹਨਾਂ ਦੀ ਪਸ਼ੂ ਬਿਰਤੀ ਮਨੁੱਖੀ ਸੇਵਾ ਦੇ ਅਧੀਨ ਹੋ ਜਾਂਦੀ ਹੈ। ਮਹਾਤਮਾ ਜੀ ਨੇ ਅੰਮ੍ਰਿਤਸਰ ਨਿਵਾਸੀਆਂ ਦੇ ਜੀਵਨ ਪਲਟ ਦਿੱਤੇ ਸਨ। ਉਹਨਾਂ ਨੇ ਨਵੇਂ ਸਿਰਿਓਂ ਲੋਕਾਂ ਨੂੰ ਨਾਮ ਸਿਮਰਨ ਤੇ ਕੀਰਤਨ ਵੱਲ ਪ੍ਰੇਰਿਆ ਅਤੇ ਸੇਵਾ ਦਾ ਪ੍ਰਵਾਹ ਚਲਾ ਕੇ ਸਭ ਦੇ ਅੰਦਰ ਸੱਚਾਈ, ਸ਼ਾਂਤੀ ਤੇ ਮਿਠਾਸ ਭਰ ਦਿੱਤੀ ਸੀ। ਮਹਾਤਮਾ ਜੀ ਦੇ ਜਾਣ ਪਿੱਛੋਂ ਅੰਮ੍ਰਿਤਸਰ ਦੀ ਹਾਲਤ ਫੇਰ ਬਦਲਣ ਲੱਗ ਪਈ। ਅੰਮ੍ਰਿਤ ਵੇਲੇ ਜੋ ਭਜਨ ਮੰਡਲੀਆਂ ਪ੍ਰਭਾਤ ਫੇਰੀ ਲਾਉਂਦੀਆਂ ਸੀ, ਉਹ ਤਾਂ ਕੁਝ ਮਹੀਨਿਆਂ 'ਚ ਹੀ ਬੰਦ ਹੋ ਗਈਆਂ। ਗਰੀਬਾਂ, ਬਿਮਾਰਾਂ, ਅਨਾਥਾਂ ਦੀ ਸੇਵਾ ਘਟਣੀ ਸ਼ੁਰੂ ਹੋ ਗਈ ਅਤੇ ਜੋ ਲੰਗਰ ਤੇ ਛਬੀਲਾਂ ਲੱਗਦੀਆਂ ਸੀ, ਉਹ ਬੰਦ ਹੋਣੀਆਂ ਸ਼ੁਰੂ ਹੋ ਗਈ। ਅਜੇ ਮਹਾਤਮਾ ਜੀ ਨੂੰ ਗਿਆ 5 ਸਾਲ ਨਹੀਂ ਹੋਏ ਸੀ ਕਿ ਅੰਮ੍ਰਿਤਸਰ ਕੁਝ ਦਾ ਕੁਝ ਹੋ ਗਿਆ। ਮਹਾਤਮਾ ਜੀ ਦੇ ਚਲਾਏ ਆਸ਼ਰਮ ਤਾਂ ਚੱਲਦੇ ਰਹੇ, ਪਰ ਨਾ ਉਹ ਸੇਵਾ ਭਾਵ, ਨਾ ਉਹ ਠੰਡ, ਨਾ ਉਹ ਸ਼ਾਂਤੀ। ਸੇਠ ਗੋਬਿੰਦ ਦਾਸ ਵਰਗੇ ਸੱਜਣ ਪਿਛਲੇ ਸਮੇਂ ਨੂੰ ਯਾਦ ਕਰਕੇ ਹੌਕੇ ਲੈਂਦੇ ਸੀ। ਰੀਗੋ ਸਾਹਿਬ ਮਰ ਚੁੱਕਾ ਸੀ, ਰਾਧਾ ਵਿਚਾਰੀ ਇਕੱਲੀ ਰਹਿ ਗਈ ਸੀ। ਸਾਲ ਦੇ ਪਿੱਛੋਂ ਉਹਨੇ ਵੀ ਵਿਆਹ ਕਰ ਲਿਆ। ਅੰਮ੍ਰਿਤਸਰ ਦੀ ਜਨਤਾ ਦੁਨੀਆ ਦੇ ਆਮ ਮਨੁੱਖਾਂ ਨਾਲੋਂ ਕੋਈ ਨਿਰਾਲੀ ਨਹੀਂ ਸੀ। ਸੰਸਾਰ ਦੇ ਆਦਮੀ ਤਾਂ ਲੋਹੇ ਦੀ ਨਿਆਈ ਹੁੰਦੇ ਆ। ਕੋਈ ਚੁੰਬਕ ਪੱਥਰ ਨੇੜੇ ਆਇਆ ਤਾਂ ਜਾਨ ਪੈ ਗਈ, ਹਟ ਗਿਆ ਤਾਂ ਫਿਰ ਉਹੀ ਲੋਹੇ ਦਾ ਲੋਹਾ। ਸੇਠ ਗੋਬਿੰਦ ਦਾਸ ਮਹਾਤਮਾ ਜੀ ਪਾਸ 2 ਦਫਾ ਗਿਆ। ਅੰਮ੍ਰਿਤਸਰ ਨਿਵਾਸੀਆਂ ਦੀ ਸਾਰੀ ਦਸ਼ਾ ਉਹਨਾਂ ਨੂੰ ਦੱਸ ਕੇ ਬੇਨਤੀ ਕਰਨ ਲੱਗਾ ਕਿ ਮਹਾਤਮਾ ਜੀ ਫਿਰ ਅੰਮ੍ਰਿਤਸਰ ਚੱਲ ਕੇ ਡੇਰੇ ਲਾਓ, ਪਰ ਉਹ ਹਾਲੇ ਮੰਨੇ ਨਹੀਂ। ਹਿੰਦੂ ਮੁਸਲਮਾਨ ਜੋ ਮਹਾਤਮਾ ਜੀ ਦੇ ਵੇਲੇ ਭਰਾਵਾਂ ਵਾਂਗ ਰਹਿੰਦੇ ਸੀ, ਪਰਸਪਰ ਖਿੱਚੋਤਾਣ ਦਾ ਸ਼ਿਕਾਰ ਹੋ ਗਏ। ਇੱਕ ਦਿਨ ਸੇਠ ਸਰਲ ਚੰਦ ਦਾ ਕੋਚਵਾਨ ਗੁਲਾਮ ਮੁਹੰਮਦ ਉਹਦੀ 20 ਸਾਲ ਦੀ ਵਿਆਹੀ ਹੋਈ ਲੜਕੀ ਨੂੰ ਕੱਢ ਕੇ ਲੈ ਗਿਆ। ਸੇਠ ਜੀ ਬੜੇ ਵਿਆਕੁਲ ਹੋਏ। 24 ਪਾਸੇ ਉਹਨਾਂ ਆਦਮੀ ਦੌੜਾਏ। ਆਖਿਰ 15 ਕੁ ਦਿਨਾਂ ਬਾਅਦ ਉਹ ਪਿਸ਼ੌਰੋਂ ਫੜੇ ਗਏ। ਅੰਮ੍ਰਿਤਸਰ ਵਾਪਸ ਆਏ ਤਾਂ ਉੱਥੇ ਅਜੀਬ ਭਾਂਬੜ ਮਚ ਗਿਆ। ਹਿੰਦੂ ਕਹਿਣ ਕਿ ਗੁਲਾਮ ਮੁਹੰਮਦ ਨੇ ਬੜੀ ਹਰਾਮਜ਼ਾਦਗੀ ਕੀਤੀ ਹੈ, ਇਹਨੂੰ ਸਰਕਾਰ ਵੱਲੋਂ ਸਖਤ ਦੰਡ ਮਿਲਣਾ ਚਾਹੀਦਾ ਹੈ। ਮੁਸਲਮਾਨ ਕਹਿਣ ਕਿ ਲੜਕੀ ਮੁਸਲਮਾਨ ਹੋ ਚੁੱਕੀ ਹੈ, ਗੁਲਾਮ ਮੁਹੰਮਦ ਨਾਲ ਨਕਾਈ ਗਈ ਹੈ, ਇਸ ਲਈ ਇਹਨੂੰ ਇਸ ਪਾਸ ਰਹਿਣ ਦੇਣਾ ਚਾਹੀਦਾ ਹੈ। ਸ਼ਹਿਰ 'ਚ ਦੰਗਾ ਫਸਾਦ ਹੋ ਗਿਆ। ਕਈ ਹਿੰਦੂ ਮੁਸਲਮਾਨ ਜ਼ਖਮੀ ਹੋਏ। ਮੁਸਲਮਾਨ ਗੁੰਡਿਆਂ ਨੇ ਇਸ ਰੌਲੇ ਤੋਂ ਫਾਇਦਾ ਉਠਾ ਕੇ ਹਿੰਦੂਆਂ ਦੀਆਂ ਕਈ ਦੁਕਾਨਾਂ ਲੁੱਟ ਲਈਆਂ ਅਤੇ ਕੁਝ ਕੁ ਥਾਵਾਂ 'ਤੇ ਅੱਗ ਲਾਤੀ ਅਤੇ ਡਿਪਟੀ ਕਮਿਸ਼ਨਰ ਨੇ ਫੌਜ ਬੁਲਾ ਕੇ ਥਾਂ ਥਾਂ ਉਹਨਾਂ ਦੇ ਪਿਕਟ ਬਿਠਾ ਦਿੱਤੇ। ਸ਼ਹਿਰ 'ਚ ਬੜੀ ਖਿੱਚੋਤਾਣ ਵਧੀ। ਗਾਮਾ ਕਹਿਣ ਲੱਗਾ, ਚਾਚਾ ਇਲਮ ਦੇਣਾ ਹੁਣ ਮੌਕਾ ਹੀ, ਚੱਲ ਅੱਜ ਰਾਤ ਨੂੰ ਵਧਾਊ ਦੀ ਹੱਟੀ ਲੁੱਟੀਏ, ਲੁੱਟ ਕੇ ਇਹਨੂੰ ਅੱਗ ਲਾ ਦਿਆਂਗੇ, ਕਿਸੇ ਨੂੰ ਕੀ ਪਤਾ ਲੱਗਣਾ। ਇਲਮਦੀਨ ਕਹਿੰਦਾ, ਨਹੀਂ ਭਈ, ਮੈਂ ਕਿਸੇ ਨੂੰ ਲੁੱਟਣ ਦੇ ਹੱਕ 'ਚ ਨਹੀਂ। ਗਾਮਾ, ਉਹ ਕਾਫਰਾਂ ਨੂੰ ਲੁੱਟਣਾ ਸਵਾਬ ਹੈ, ਇਹ ਤਾਂ ਕੁਰਾਨ ਸ਼ਰੀਫ 'ਚ ਵੀ ਲਿਖਿਆ ਹੈ। ਇਲਮਦੀਨ, ਬਾਕੀ ਮਜ਼ਹਬਾਂ ਦੀਆਂ ਕਿਤਾਬਾਂ 'ਚ ਤਾਂ ਲਿਖਿਆ ਕਿ ਲੋਕਾਂ ਦੀ ਖਿਦਮਤ ਕਰੋ ਅਤੇ ਸਾਡੇ ਕੁਰਾਨ ਸ਼ਰੀਫ 'ਚ ਲਿਖਿਆ ਕਿ ਲੋਕਾਂ ਨੂੰ ਲੁੱਟੋ। ਮੌਲਵੀ ਫਤਿਹਦੀਨ, ਚਾਚਾ ਇਲਮਦੀਨ, ਲਿਖਿਆ ਤਾਂ ਜ਼ਰੂਰ ਹੈ। ਚੱਲ ਭਾਈ, ਨਾ ਕੁਰਾਨ ਸ਼ਰੀਫ ਤੁਸੀਂ ਪੜ੍ਹਿਆ ਨਾ ਮੈਂ, ਪਰ ਇਹ ਮੰਨਣ ਅੰਦਰ ਨਹੀਂ ਆਉਂਦਾ ਕਿ ਰਸੂਲ ਪਾਕ ਨੇ ਲਿਖਿਆ ਹੋਵੇ ਕਿ ਅੱਲਾ ਦੇ ਬੰਦਿਆਂ ਨੂੰ ਲੁੱਟੋ। ਚਾਚਾ ਤੂੰ ਤਾਂ ਕਾਫਰ ਹੋ ਗਿਆ, ਮੈਂ ਕਾਫਰ ਹੀ ਚੰਗਾ।
ਮੈਂ ਸਭ ਮੋਮਨ ਵੇਖ ਬੈਠਾ। ਅੱਜ ਤੋਂ 12 ਸਾਲ ਪਹਿਲਾਂ ਜਦ ਮੈਨੂੰ ਸਖਤ ਨਮੂਨੀਆ ਹੋਇਆ ਸੀ ਤਾਂ ਉਹ ਕਾਫਰ ਹੀ ਸੀ ਜਿਹਨੇ ਮੈਨੂੰ ਬਚਾਇਆ ਸੀ, ਅਤੇ ਕੋਈ ਮੋਮਨ ਨੇੜੇ ਨਹੀਂ ਆਇਆ। ਮੈਨੂੰ ਯਾਦ ਹੈ ਕਿਸ ਤਰ੍ਹਾਂ ਉਹ ਸਾਰੀ ਸਾਰੀ ਰਾਤ ਮੇਰੇ ਕੋਲ ਬੈਠਾ ਰਹਿੰਦਾ ਸੀ। ਆਖਰ ਮੈਨੂੰ ਰਾਜ਼ੀ ਕਰਕੇ ਹੀ ਘਰ ਗਿਆ, ਅਤੇ ਉਹ ਕਾਮਲ ਫਕੀਰ ਸੀ ਮੇਰੇ ਖਿਆਲ 'ਚ ਉਹ ਕਾਮਲ ਫਕੀਰ ਸੀ ਅਤੇ ਮੇਰੇ ਖਿਆਲ 'ਚ ਉਹ ਸੱਚਾ ਮੋਮਨ ਸੀ। ਚਾਚਾ, ਮੁਸਲਮਾਨਾਂ ਨੂੰ ਮਾਰਨ ਦਾ ਤਾਂ ਤੈਨੂੰ ਝੱਕ ਨਹੀਂ ਆਉਂਦਾ। ਅਜੇ ਥੋੜ੍ਹੇ ਦਿਨ ਹੋਏ ਤੂੰ ਅਬਰਾਹੀਮ ਨੂੰ ਮਾਰ ਕੇ ਭੋਗ ਬਣਾ ਦਿੱਤਾ ਸੀ। ਹੋਰ ਕੀ ਕਰਦਾ? ਰਾਹ ਜਾਂਦੀਆਂ ਔਰਤਾਂ ਨੂੰ ਮਖੌਲ ਕਰਦਾ ਸੀ। ਜਦ ਮੈਂ ਰੋਕਿਆ ਤਾਂ ਉਹ ਡਾਂਗ ਲੈ ਕੇ ਮੇਰੇ ਉਦਾਲੇ ਆਇਆ। ਮਾਰ ਤਾਂ ਉਹਨੇ ਖਾਣੀ ਸੀ। ਅੱਛਾ ਚਾਚਾ, ਅਸੀਂ ਤਾਂ ਵਧਾਊ ਕਾਫਰ ਨੂੰ ਅੱਜ ਰਾਤ ਨੂੰ ਲੁੱਟ ਹੀ ਲੈਣਾ। ਅੱਛਾ ਭਾਈ, ਜੋ ਕਰਨਗੇ ਸੋ ਭਰਨਗੇ। ਅਤੇ 5-7 ਹਿੰਦੂ ਖਲੋਤੇ ਹੋਏ ਗੱਲਾਂ ਕਰ ਰਹੇ ਸੀ। ਇਹ ਸਭ ਕਸੂਰ ਸੇਠ ਸਰਲ ਚੰਦ ਦਾ ਆਪਣਾ ਹੈ। ਪਹਿਲਾਂ ਉਹਨੇ ਘਰ 'ਚ ਮੁਸਲਮਾਨ ਨੌਕਰ ਰੱਖਿਆ ਹੀ ਕਿਉਂ? ਫਿਰ ਉਹਨੂੰ ਇੰਨੀ ਖੁੱਲ੍ਹ ਕੇ ਘਰ 'ਚ ਆਉਣਾ ਜਾਣਾ, ਹੱਸਣਾ ਖੇਡਣਾ ਕੋਈ ਮਨਾਹੀ ਨਹੀਂ ਸੀ। ਟੇਕ ਚੰਦ, ਉਸ ਮੁਸਲਮਾਨ ਲੜਕੇ ਵੱਲ ਤਾਂ ਵੇਖੋ, ਕਿੱਡਾ ਖੂਬਸੂਰਤ ਅਤੇ ਕਿੱਡਾ ਜਵਾਨ ਹੈ। ਦੇਵੀ ਦਿਆਲ, ਸੇਠ ਹੋਰਾਂ ਦੀ ਲੜਕੀ ਕਿੱਡੀ ਜਵਾਨ ਅਤੇ ਖੂਬਸੂਰਤ ਹੈ। ਅਤੇ ਵਾਰੋਨਾ ਕਿਹੋ ਜਿਹਾ ਲੱਭਾ? ਨਿਪਟ ਪੂਰਬੀਆ। ਲੜਕੀਆਂ ਨੂੰ ਚੰਗੇ ਲੜਕਿਆਂ ਨਾਲ ਵਿਆਹੁਣਾ ਚਾਹੀਦਾ, ਮਾਇਆ ਵੇਖ ਕੇ ਨਹੀਂ ਢਹਿ ਪੈਣਾ ਚਾਹੀਦਾ। ਰਾਮ ਚੰਦ ਜੋ ਕੋਤਵਾਲੀ ਵੱਲੋਂ ਤੁਰਿਆ ਆਉਂਦਾ ਸੀ, ਸੁਣਿਆ ਜੇ ਲੜਕੀ ਨੇ ਕੀ ਬਿਆਨ ਦਿੱਤੇ? ਕੀ ਕਹਿੰਦੀ ਹੈ ਕਿ ਮੇਰੀ ਉਮਰ 20 ਸਾਲ ਦੀ ਹੈ ਅਤੇ ਮੈਂ ਗੁਲਾਮ ਮੁਹੰਮਦ ਨਾਲ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਹੁਣ ਵੀ ਇਹਦੇ ਨਾਲ ਹੀ ਜਾਣਾ ਚਾਹੁੰਦੀ ਹਾਂ। ਲਾਲਾ ਜੀ ਜ਼ਰਾ ਅੰਦਰ ਆ ਜਾਓ, ਨਾ ਜਾਣੀਏ ਕੋਈ ਮੁਸਲਮਾਨ ਹੀ ਸੁਣ ਲਏ ਅਤੇ ਸੇਠ ਸਾਹਿਬ ਤਾਂ ਇੱਕ ਪਾਸੇ ਰਹਿਣਗੇ, ਸਾਡੇ ਖਹਿੜੇ ਨਾ ਪੈ ਜਾਣ। 5-6 ਆਦਮੀ ਘਰ ਦੇ ਅੰਦਰ ਚਲੇ ਗਏ ਅਤੇ ਗੱਲਾਂ ਜਾਰੀ ਰਹੀਆਂ। ਰਾਮਚੰਦ ਕਹਿੰਦਾ, ਸੁਣਿਆ ਕੋਤਵਾਲ ਨੂੰ ਰੁਪਇਆ ਚੜ੍ਹ ਗਿਆ। ਰਾਮਨਾਥ ਕਹਿੰਦਾ, ਸੇਠ ਕੋਲ ਰੁਪਏ ਦਾ ਕਿਹੜਾ ਘਾਟਾ ਹੈ? ਕੋਤਵਾਲ ਹਿੰਦੂ ਭਰਾ ਸੀ, ਰੁਪਏ ਨਾ ਲਾਂਦਾ ਤਾਂ ਕਿਹੜੀ ਗੱਲ ਸੀ? ਪਰ ਇਹ ਪੁਲਸੀਏ ਕਿਸੇ ਦੇ ਸਕੇ ਨਹੀਂ। ਰੁਪਏ ਤਾਂ ਚੜ੍ਹ ਗਏ, ਪਰ ਹੋਏਗਾ ਕੀ? ਸੁਣਿਆ ਕੋਤਵਾਲ ਨੇ ਕਪਤਾਨ ਸਾਹਿਬ ਨੂੰ ਇਸ ਗੱਲ 'ਤੇ ਰਜ਼ਾਮੰਦ ਕਰ ਲਿਆ ਕਿ ਮੁਕੱਦਮਾ ਵਗੈਰਾ ਕੋਈ ਨਾ ਚਲਾਇਆ ਜਾਏ, ਲੜਕੀ ਨੂੰ ਆਪਣੇ ਮਾਪਿਆਂ ਦੇ ਘਰ ਭੇਜ ਦਿੱਤਾ ਜਾਏ ਅਤੇ ਗੁਲਾਮ ਮੁਹੰਮਦ ਨੂੰ ਛੱਡ ਦਿੱਤਾ ਜਾਏ। ਲੜਕੀ ਨੂੰ ਘਰ ਲਿਆਉਣ ਦਾ ਕੀ ਲਾਭ? ਮੂੰਹ ਤੋਂ ਲੱਥੀ ਲੋਈ ਕੀ ਕਰੇਗਾ ਕੋਈ? ਜਿਨ੍ਹਾਂ ਔਰਤਾਂ ਦੀ ਸ਼ਰਮ ਲੈ ਜਾਏ ਉਹ ਕਦੋਂ ਵਸੀਆਂ? ਨਾਲੇ ਸੇਠ ਦੁੱਲੇ ਚੰਦ ਜਿਹਦੀ ਇਹ ਨੂੰਹ ਹੈ, ਉਹ ਤਾਂ ਇਹਨੂੰ ਘਰ ਲਿਜਾਣ ਹੋ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਇੱਕ ਨੌਕਰ ਨੇ ਬਾਹਰੋਂ ਆ ਕੇ ਕਿਹਾ ਕਿ ਬਾਹਰ 2 ਮੁਸਲਮਾਨ ਪਾਂਡੀ ਖਲੋਤੇ ਹੈ। ਇਹ ਸੁਣ ਕੇ ਲਾਲਿਆਂ ਦੇ ਰੰਗ ਪੀਲੇ ਹੋ ਗਏ ਅਤੇ ਸਭ ਨੇ ਖਿਸਕਣ ਦੀ ਕੀਤੀ। ਦਰਬਾਰ ਸਾਹਿਬ ਦੀ ਪਰਿਕਰਮਾ 'ਚ 3 ਸਿੱਖ ਬੈਠੇ ਇਉਂ ਗੱਲਾਂ ਕਰ ਰਹੇ ਸੀ। ਸੁੱਖਾ ਸਿੰਘ, ਭਾਈ, ਇਹਨਾਂ 10 ਵਰ੍ਹਿਆਂ 'ਚ ਅੰਮ੍ਰਿਤਸਰ 'ਚ ਤਾਂ ਹਨੇਰ ਹੀ ਆ ਗਿਆ। ਜਨਾਨੀਆਂ ਤਾਂ ਖਾਸ ਕਰਕੇ ਬੜੀਆਂ ਸ਼ੌਕ ਹੋ ਗਈਆਂ। ਉੱਚੀ ਅੱਡੀ ਵਾਲੀ ਗੁਰਗਾਬੀ ਤਾਂ ਆਮ ਹੋ ਗਈ ਹੈ। ਮੈਂ 1-2 ਲੜਕੀਆਂ ਨੂੰ ਬੂਟ ਪਾਏ ਵੀ ਵੇਖਿਆ। ਹੋਰ ਤਾਂ ਹੋਰ ਦਰਬਾਰ ਸਾਹਿਬ 'ਚ ਹਨੇਰ ਆਇਆ ਹੋਇਆ। ਉਹ ਚੰਦਾ ਸਿੰਘ ਅਕਾਲ ਤਖਤ ਦਾ ਪੁਜਾਰੀ ਰੋਜ਼ ਰੰਡੀਆਂ ਨਾਲ ਬਹਿ ਕੇ ਸ਼ਰਾਬ ਪੀਂਦਾ। ਦਰਬਾਰ ਸਾਹਿਬ 'ਚ ਉਹੀ ਕੀਰਤਨ ਅਤੇ ਉਹੀ ਚੌਂਕੀਆਂ, ਪਰ ਸਭ ਕੁਝ ਉੱਪਰੋਂ ਹੀ ਦਿਸਦਾ ਹੈ। ਅੰਦਰੋਂ ਜੀਵਨ ਖੋਖਲਾ ਹੋ ਗਿਆ। ਮਹਿਤਾਬ ਸਿੰਘ, ਭਾਈ ਜੀ, ਇਹ ਵੀ ਦਿਨ ਆਉਣੇ ਸੀ। ਕੱਲ੍ਹ ਮੈਂ ਖਾਲਸਾ ਕਾਲਜ ਦੇ ਮੁੰਡਿਆਂ ਨੂੰ ਇੱਥੇ ਪੁੱਠੀ ਪਰਿਕਰਮਾ ਕਰਦਿਆਂ ਵੇਖਿਆ। ਹੱਸਣ ਅਤੇ ਆਪੋ 'ਚ ਮਖੌਲ ਕਰਨ ਅਤੇ ਬੀਬੀਆਂ ਵੱਲੋਂ ਤਾੜ ਕੇ ਵੇਖਣ। ਆਖਰ ਮੈਥੋਂ ਨਾ ਰਿਹਾ ਗਿਆ। ਮੈਂ ਉਹਨਾਂ ਨੂੰ ਆਖਿਆ ਵੀ ਇਹ ਦਰਬਾਰ ਸਾਹਿਬ ਹੈ ਕਿ ਕੋਈ ਥੀਏਟਰ ਹੈ? ਭਲੇ ਮਾਨਸ ਬਣੋ ਅਤੇ ਚੁੱਪਚਾਪ ਸਿੱਧੀ ਪਰਿਕਰਮਾ ਕਰੋ। ਸੁੱਖਾ ਸਿੰਘ, ਇਹਨਾਂ ਸ਼ੌਕੀਨੀਆਂ ਅਤੇ ਬੇਸ਼ਰਮੀਆਂ ਦਾ ਹੀ ਸਿੱਟਾ ਹੈ ਕਿ ਸੇਠ ਸਰਲ ਚੰਦ ਵਰਗੇ ਸ਼ਰੀਫ ਆਦਮੀ ਦੀ ਲੜਕੀ ਇੱਕ ਮੁਸਲਮਾਨ ਨੌਕਰ ਨਾਲ ਨਿਕਲ ਗਈ। ਮਹਿਤਾਬ ਸਿੰਘ, ਧਰਮ ਤੋਂ ਹੀਣ ਦੁਨੀਆ ਨੇ ਦੁਖੀ ਹੋਣਾ ਨਾ। ਗੁਰਬਖਸ਼ ਸਿੰਘ, ਜੋ ਹਾਲਾਂ ਤੱਕ ਚੁੱਪ ਬੈਠਾ ਸੀ, ਮਿੱਤਰੋ ਤੁਸੀਂ ਤਾਂ ਬੁੱਢੇ ਆਦਮੀ ਹੋ। ਨੌਜਵਾਨਾਂ ਨੇ ਅਕਸਰ ਜ਼ਮਾਨੇ ਨਾਲ ਹੀ ਚੱਲਣਾ ਹੋਇਆ। ਦੁਨੀਆ ਨੂੰ ਤੁਸੀਂ ਧਰਮੀ ਆਦਿ ਸਮਝਦੇ ਹੋ ਅਤੇ ਸਭ ਮੁਲੰਮਾ ਹੈ। ਬਾਬਰ ਵੀ ਐਸ਼-ਕੋਸ਼ ਕੇ ਆਲਮ ਦੁਬਾਰਾ ਨੇਸਤ। ਖਾਓ ਪੀਓ ਅਤੇ ਮੌਜਾਂ ਮਾਣੋ। ਜ਼ਿੰਦਗੀ ਦਾ ਸੁੱਖ ਇਸੇ 'ਚ ਹੈ। ਦੇਖੋ, ਸਵੇਰੇ ਉੱਠਦੇ ਹਾਂ, ਦਰਬਾਰ ਸਾਹਿਬ ਵੀ ਮੱਥਾ ਟੇਕ ਜਾਂਦੇ ਹਾਂ, ਫਿਰ ਘਰ ਜਾ ਕੇ ਦੋਹਰੀ ਦਸਤਾਰ ਸਜਾ ਕੇ ਅਤੇ ਸੂਟ ਪਾ ਕੇ ਕੰਮ 'ਤੇ ਚਲੇ ਜਾਈਦਾ। ਰੁਪਇਆ ਕਮਾਉਂਦੇ ਹਾਂ। ਜੋ ਇੰਜੀਨੀਅਰ ਸਾਨੂੰ 100 ਰੁਪਏ ਛੱਡਦਾ ਹੈ, ਉਹਨੂੰ 10 ਰੁਪਏ ਖਵਾਉਂਦੇ ਹਾਂ। ਸ਼ਾਮ ਨੂੰ ਘਰ ਆ ਕੇ ਥਕੇਵਾਂ ਲਾਉਣ ਲਈ ਸ਼ਰਾਬ ਦਾ ਘੁੱਟ ਵੀ ਪੀ ਲੈਂਦੇ ਹਾਂ। ਤਾਂ ਤੁਸੀਂ ਤਾਂ ਹਰ ਵੇਲੇ ਰੋਂਦੇ ਹੀ ਨਜ਼ਰ ਆਉਂਦੇ ਹੋ। ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ। ਸੁੱਖਾ ਸਿੰਘ, ਫਿਰ ਦਰਬਾਰ ਸਾਹਿਬ ਕਾਹਦੇ ਲਈ ਆਉਂਦੇ ਹੋ? ਗੁਰਬਖਸ਼ ਸਿੰਘ, ਉਸੇ ਕੰਮ ਲਈ ਜਿਸ ਲਈ ਗ੍ਰੰਥੀ ਪੁਜਾਰੀ ਆਉਂਦੇ ਆ। ਇਸ ਸਭ ਗੋਲ 'ਤੇ ਕੁਝ ਨਾ ਫੋਲ। ਇਹ ਜੋ ਬੁੰਗੇ ਆ ਨਾ, ਸਭ ਇਹ ਐਸ਼ੀ ਦੇ ਅੱਡੇ ਹੈ। ਮਹਿਤਾਬ ਸਿੰਘ, ਅੱਛਾ ਇਹ ਦੱਸ ਵੀ ਅੰਮ੍ਰਿਤਸਰ ਵਿੱਚ ਹੁਣ ਜ਼ਿਆਦਾ ਸੁੱਖ ਅਤੇ ਸ਼ਾਂਤੀ ਹੈ ਜਾਂ ਚੰਦ ਸਾਲ ਪਹਿਲਾਂ ਜਦੋਂ ਮਹਾਤਮਾ ਜੀ ਇੱਥੇ ਹੁੰਦੇ ਸੀ? ਗੁਰਬਖਸ਼ ਸਿੰਘ, ਛੱਡੋ ਮਹਾਤਮਾ ਦੀਆਂ ਗੱਲਾਂ। ਮਹਾਤਮਾ ਝੁੱਗੀਆਂ 'ਚ ਰਹਿੰਦੇ ਹੈ ਕਿ ਖੂਬਸੂਰਤ ਅਮੀਰ ਔਰਤਾਂ ਦੀਆਂ ਕੋਠੀਆਂ 'ਚ? ਗੁਰੂ ਸਾਹਿਬ। ਗੁਰਬਖਸ਼ ਸਿੰਘ, ਗੱਲ ਟੋਕ ਕੇ, ਗੁਰੂ ਸਾਹਿਬ ਨੂੰ ਵੱਖਰਾ ਰਹਿਣ ਦਿਓ, ਫਿਰ ਆਖੋਗੇ ਤੂੰ ਸਿੱਖ ਨਹੀਂ। ਦੋਸਤੋ, ਸੱਚ ਪੁੱਛ ਤਾਂ ਧਰਮ ਤੇ ਤੁਹਾਡੇ ਵਰਗੇ ਮੂਰਖਾਂ ਲਈ ਇੱਕ ਅਫੀਮ ਹੈ। ਜੋ ਪੈਸੇ ਕਮਾਉਂਦੇ ਹੈ
ਉਹ ਆਪ ਐਸ਼ ਕਰਦੇ ਆ ਅਤੇ ਜਿਨ੍ਹਾਂ ਪਾਸ ਪੈਸਾ ਨਹੀਂ ਉਹਨਾਂ ਨੂੰ ਧਰਮ ਦੀ ਅਫੀਮ ਦੇ ਦਿੰਦੇ ਆ ਤਾਂ ਕਿ ਭੌਂਕਣ ਦਾ ਨਾ। ਸੁੱਖਾ ਸਿੰਘ, ਠੇਕੇਦਾਰ ਸਾਹਿਬ ਤੁਹਾਡੀ ਫਿਲਾਸਫੀ ਮੁਤਾਬਕ ਸੁੱਖ ਤਾਂ ਕੇਵਲ ਮਾਇਆ 'ਚ ਹੀ ਹੈ, ਹੋਰ ਕਾਹਦੇ 'ਚ ਹੈ? ਅਸੀਂ ਤਾਂ ਸੁਣਿਆ ਕਿ ਸੁੱਖ ਅਤੇ ਸ਼ਾਂਤੀ ਸਿਮਰਨ ਅਤੇ ਸੇਵਾ 'ਚ ਹੈ। ਗੁਰਬਖਸ਼ ਸਿੰਘ, ਜੇ ਤੁਹਾਨੂੰ ਇਹ ਸਿੱਖਿਆ ਨਾ ਦਿੱਤੀ ਜਾਏ ਤਾਂ ਤੁਸੀਂ ਅਮੀਰਾਂ ਨੂੰ ਕਿਸ ਤਰ੍ਹਾਂ ਖਾਣ ਦਿਓ? ਇਹ ਗੱਲਾਂ ਕਰਕੇ ਗੁਰਬਖਸ਼ ਸਿੰਘ ਕਹਿਣ ਲੱਗਾ, ਮਿੱਤਰੋ ਖਿਮਾ ਕਰਨੀ, ਕੋਈ ਵਾਧੂ ਘਾਟੂ ਗੱਲ ਨਿਕਲ ਗਈ ਹੋਵੇ ਤਾਂ ਬਖਸ਼ ਲੈਣਾ। ਮੇਰਾ ਹੁਣ ਕੰਮ ਦਾ ਵੇਲਾ ਹੈ, ਮੈਂ ਹੁਣ ਠਹਿਰ ਨਹੀਂ ਸਕਦਾ। ਤੁਸੀਂ ਵਿਹਲੇ ਹੋ, ਬੈਠੋ ਅਤੇ ਵਿਚਾਰ ਕਰੋ। ਅਸੀਂ ਤਾਂ ਤੁਹਾਡੇ ਗੁਲਾਮ ਹਾਂ, ਜਿਸ ਰਾਹ ਤੁਸੀਂ ਤੋਰੋਗੇ ਪਿੱਛੇ ਪਿੱਛੇ ਅਸੀਂ। ਜਿਸ ਰਾਹ ਤੁਸੀਂ ਤੁਰੋਗੇ ਪਿੱਛੇ ਪਿੱਛੇ ਅਸੀਂ। ਅਤੇ ਮਹਾਤਮਾ ਜੀ ਦੇ ਅੰਮ੍ਰਿਤਸਰ 'ਤੇ ਜਾਣ ਤੋਂ ਕੁਝ ਸਾਲ ਪਿੱਛੋਂ ਹੀ ਮਾਇਆ ਰੂਪੀ ਹਨੇਰੀ ਨੇ ਇਸ ਸਵਰਗ ਬਗੀਚੜੇ ਦੇ ਵਾਸੀਆਂ ਨੂੰ ਨਰਕ 'ਚ ਸੁੱਟ ਦਿੱਤਾ ਸੀ। ਇਸੇ ਲਈ ਸੇਠ ਗੋਬਿੰਦ ਦਾਸ ਮੁੜ ਮੁੜ ਮਹਾਤਮਾ ਜੀ ਪਾਸ ਜਾਂਦਾ ਸੀ ਤਾਂ ਕਿ ਉਹ ਵਾਪਸ ਆ ਕੇ ਸਿਸਕ ਰਹੇ ਲੋਕਾਂ ਨੂੰ ਮੁੜ ਅੰਮ੍ਰਿਤ ਦੇ ਸੋਮੇ ਨਾਲ ਜੋੜ ਦੇਣ। ਅੰਗ 36ਵਾਂ। नादान भुगत करनी अपनी अपनी, ऐ पापी पाप में चैन कहाँ, जब पाप की गठड़ी सीस धरी ਫਿਰ ਸੀਸ ਪਕੜ ਕਿਆ ਰੋਬਤ ਹੈ। ਜੇ ਸੁੱਖ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ ਤਾਂ ਸੱਚਮੁੱਚ ਧਨੀ ਆਦਮੀ ਸੰਸਾਰ 'ਚ ਸਭ ਤੋਂ ਜ਼ਿਆਦਾ ਸੁਖੀ ਹੁੰਦੇ। ਪਰ ਸਿਕੰਦਰ ਜਦ ਸੰਸਾਰ ਨੂੰ ਫਤਿਹ ਕਰਕੇ ਡਾਇਓਜਨੀਜ਼ ਪਾਸ ਗਿਆ ਤਾਂ ਡਾਇਓਜਨੀਜ਼ ਨੰਗੀ ਰੇਤ 'ਤੇ ਲੰਮਾ ਪਿਆ ਧੁੱਪ ਸੇਕ ਰਿਹਾ ਸੀ। ਸਿਕੰਦਰ ਦੇ ਅਮੀਰਾਂ ਵਜ਼ੀਰਾਂ ਨੇ ਕਿਹਾ, ਡਾਇਓਜਨੀਜ਼ ਉੱਠ, ਅੱਖਾਂ ਖੋਲ੍ਹ, ਦੁਨੀਆ ਦਾ ਬਾਦਸ਼ਾਹ ਤੇਰੇ ਪਾਸ ਤੁਰ ਕੇ ਆਇਆ, ਕੋਈ ਮਨ ਦੀ ਮੁਰਾਦ ਮੰਗ। ਡਾਇਓਜਨੀਜ਼ ਕਹਿਣ ਲੱਗਾ, ਅੱਗੇ ਨਾ ਖਲੋ, ਧੁੱਪ ਛੱਡ ਦਿਓ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਸਿਕੰਦਰ ਨੇ ਇਹ ਸੁਣ ਕੇ ਹੌਕਾ ਭਰਿਆ ਅਤੇ ਕਹਿਣ ਲੱਗਾ ਕਿ ਜੇ ਪਰਮਾਤਮਾ ਨੇ ਮੈਨੂੰ ਸਿਕੰਦਰ ਨਾ ਬਣਾਇਆ ਹੁੰਦਾ ਤਾਂ ਮੈਂ ਉਸ ਅੱਗੇ ਬੇਨਤੀ ਕਰਦਾ ਕਿ ਉਹ ਮੈਨੂੰ ਡਾਇਓਜਨੀਜ਼ ਬਣਾ ਦੇਵੇ। ਇੱਕ ਨਾਂਗਾ ਸਾਧੂ ਜਿਹਦੇ ਪੱਲੇ ਕੌਡੀ ਵੀ ਨਹੀਂ, ਦੁਨੀਆ ਦੇ ਬਾਦਸ਼ਾਹ ਨਾਲੋਂ ਜ਼ਿਆਦਾ ਸੁਖੀ ਹੈ। ਜਿਸ ਮਨ 'ਚ 5 ਵਿਸ਼ਿਆਂ 'ਚੋਂ ਇੱਕ ਅਗਨੀ ਵੀ ਪ੍ਰਚੰਡ ਹੋਵੇ, ਉਹ ਸੁੱਖ ਨੂੰ ਸਾੜ ਦਿੰਦੀ ਹੈ। ਜੇ ਸਿਰਦੇ 'ਚ ਕੋਈ ਵੈਰ ਹੋਵੇ, ਕੋਈ ਨਫ਼ਰਤ ਹੋਵੇ, ਉੱਥੇ ਸੁੱਖ ਦਾ ਵਾਸਾ ਨਹੀਂ ਹੋ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੁੱਖ ਤੇ ਮਾਇਆ ਆਮ ਤੌਰ 'ਤੇ ਦੋਨੋਂ ਇਕੱਠੇ ਨਹੀਂ ਰਹਿੰਦੇ। ਮਾਸਟਰ ਸੰਤ ਸਿੰਘ ਰਾਜ਼ੀ ਤਾਂ ਹੋ ਗਿਆ, ਪਰ 2-3 ਮਹੀਨੇ ਕਮਜ਼ੋਰ ਰਿਹਾ। ਬਿਮਾਰ ਦਾ ਹਿਰਦਾ ਨਰਮ ਹੋ ਜਾਂਦਾ ਹੈ। ਮੌਤ ਦਾ ਡਰ ਤੇ ਸੰਸਾਰ ਨੂੰ ਛੱਡ ਜਾਂਦਾ ਖਿਆਲ ਉਹਦੇ ਦਿਲ 'ਚ ਦੁਨੀਆ ਨੂੰ ਤੋਲਣ ਲਈ ਇੱਕ ਨਵੀਂ ਤੱਕੜੀ ਪੈਦਾ ਕਰਦਾ। ਮਾਇਆ ਦੇ ਵਿਸ਼ੇ ਵਿਕਾਰਾਂ ਵਾਲੀਆਂ ਹੋਰ ਚੀਜ਼ਾਂ ਉਹਨੂੰ ਕੌੜੀਆਂ ਭਾਸਣ ਲੱਗ ਪਈਆਂ ਅਤੇ ਫਕੀਰਾਂ ਵੱਲ ਮਨ ਨੂੰ ਖਿੱਚ ਪਈ। ਇਸ ਬਿਮਾਰੀ ਅਤੇ ਕਮਜ਼ੋਰੀ ਦੇ ਸਮੇਂ 'ਚ ਮਾਸਟਰ ਸੰਤ ਸਿੰਘ ਨੇ ਕਈ ਵਾਰ ਪ੍ਰਣ ਕੀਤੇ, ਆਖੇ, ਹੇ ਪਰਮਾਤਮਾ, ਜੇ ਤੂੰ ਮੇਰੇ 'ਤੇ ਕਿਰਪਾ ਕੀਤੀ ਅਤੇ ਮੈਨੂੰ ਹੋਰ ਜ਼ਿੰਦਗੀ ਬਖਸ਼ੀ ਤਾਂ ਮੈਂ ਉਹ ਦੰਭੀ ਸਿੰਘ ਨਹੀਂ ਰਵਾਂਗਾ, ਸੱਚਾ ਸੰਤ ਸਿੰਘ ਬਣਾਂਗਾ। ਮੇਰੇ ਨਾਲ ਤਾਂ ਮਨ ਅੰਧਾ ਨਾਉ ਸੁਜਾਨ ਵਾਲੀ ਗੱਲ ਹੋਈ। ਇਸ ਸੰਸਾਰ 'ਚ ਕੋਈ ਜੀਵ ਨਹੀਂ ਜਿਹੜਾ ਮੇਰੇ ਮਨ ਨਾਲ ਪਿਆਰ ਕਰਦਾ ਹੋਵੇ। ਮੇਰੀ ਇਸਤਰੀ ਅਤੇ ਬੱਚੇ ਕੇਵਲ ਲੋਕ ਲੱਜਾ ਲਈ ਪਿਆਰ ਕਰਦੇ ਆ, ਦਿਲੋਂ ਉਹਨਾਂ ਨੂੰ ਮੈਥੋਂ ਸਖਤ ਨਫ਼ਰਤ ਹੈ। ਮੈਂ ਲੋਕਾਂ 'ਤੇ ਬਹੁਤ ਜ਼ੁਲਮ ਕੀਤੇ ਆ। ਭਾਈ ਕਰਮ ਸਿੰਘ ਵਰਗੇ ਪਵਿੱਤਰ ਗੁਰਸਿੱਖ ਨੂੰ ਮੈਂ 3 ਵਾਰੀ ਜੇਲ੍ਹ 'ਚ ਬਚਾਇਆ। ਬਿਮਾਰ ਹੋਣ ਤੋਂ 2 ਕੁ ਮਹੀਨੇ ਪਹਿਲਾਂ ਮਾਸਟਰ ਸੰਤ ਸਿੰਘ ਆਪਣੀ ਨੌਕਰੀ ਤੋਂ ਪੈਨਸ਼ਨ ਲੈ ਚੁੱਕਾ ਸੀ। ਉਹਦੇ 2 ਲੜਕੇ ਸੀ ਅਤੇ ਵੱਡੇ ਨੂੰ ਤਾਂ ਉਹਨੇ ਥਾਣੇਦਾਰ ਬਣਵਾ ਦਿੱਤਾ ਸੀ ਅਤੇ ਛੋਟੇ ਨੂੰ ਗਵਰਨਮੈਂਟ ਸਕੂਲ 'ਚ ਟੀਚਰ ਰਖਵਾ ਦਿੱਤਾ। ਵੱਡਾ ਲੜਕਾ ਤਾਂ ਬੜਾ ਰਾਸ਼ੀ ਅਤੇ ਬਦਚਲਨ ਸੀ, ਪਰ ਛੋਟਾ ਉਸ ਨਾਲ ਚੰਗਾ ਸੀ। ਮਾਂ ਦੀ ਇੱਜ਼ਤ ਅਤੇ ਆਦਰ ਕਰਦਾ ਸੀ, ਪਰ ਮਾਸਟਰ ਸੰਤ ਸਿੰਘ ਵਾਸਤੇ ਉਹਦੇ ਦਿਲ 'ਚ ਕੋਈ ਵੀ ਇੱਜ਼ਤ ਅਤੇ ਸਤਿਕਾਰ ਨਹੀਂ ਸੀ। ਸਰਦਾਰ ਸ਼ਾਮ ਸਿੰਘ ਰਾਵਲਪਿੰਡੀ 'ਚ ਸਰਕਾਰੀ ਵਕੀਲ ਸੀ। ਮਾਸਟਰ ਸੰਤ ਸਿੰਘ ਵਾਂਗੇ ਵੀ ਕਾਫੀ ਚਲਾਕ ਅਤੇ ਚੁਗਲ ਸੀ ਅਤੇ ਸਿੰਘ ਸਭਾ ਦੀ ਸਕੱਤਰੀ ਵਾਲੇ ਹਮੇਸ਼ਾ ਲਾਲਚ ਦੀ ਅੱਖ ਨਾਲ ਵੇਖਿਆ ਕਰਦਾ ਸੀ। ਪਰ ਮਾਸਟਰ ਸੰਤ ਸਿੰਘ ਦੇ ਹੁੰਦਿਆਂ ਇਹਦੀ ਦਾਲ ਨੰਗਲੀ ਅਤੇ ਜਦ ਮਾਸਟਰ ਸੰਤ ਸਿੰਘ ਬਿਮਾਰ ਪਿਆ ਤਾਂ ਸ਼ਾਮ ਸਿੰਘ ਨੇ ਦਾਅ ਮਾਰਨ ਦੀ ਕੀਤੀ ਅਤੇ ਮਲਕ ਸੋਹਣ ਸਿੰਘ ਨਾਲ ਰਲ ਕੇ ਸਿੰਘ ਸਭਾ ਦਾ ਸਕੱਤਰ ਬਣ ਗਿਆ। ਮਾਸਟਰ ਸੰਤ ਸਿੰਘ ਜਿਉਂ-ਜਿਉਂ ਸਰੀਰਕ ਤੌਰ 'ਤੇ ਤਕੜਾ ਹੁੰਦਾ ਗਿਆ, ਤਿਉਂ-ਤਿਉਂ ਉਹੀ ਪੁਰਾਣੀ ਵਿਸ਼ਿਆਂ ਵਿਕਾਰਾਂ ਦੀ ਅੱਗ ਉਹਦੇ ਅੰਦਰ ਤੇਜ਼ ਹੁੰਦੀ ਗਈ ਅਤੇ ਤੁਰਨ ਫਿਰਨ ਲੱਗਾ ਤਾਂ ਸਿੰਘ ਸਭਾ 'ਚ ਗਿਆ ਅਤੇ ਇਹ ਸੁਣ ਕੇ ਕਿ ਸ਼ਾਮ ਸਿੰਘ ਸਕੱਤਰ ਬਣ ਗਿਆ, ਸੜ ਬਲ ਗਿਆ। ਰਾਤ ਨੂੰ ਜਦੋਂ ਘਰ ਮੰਜੇ 'ਤੇ ਲੰਮਾ ਪਿਆ ਤਾਂ ਡੂੰਘੀਆਂ ਵਿਚਾਰਾਂ 'ਚ ਡੁੱਬ ਗਿਆ। ਮਨ 'ਚ ਦੁਬਦਾ ਸੀ। ਮਨ ਦੇ 2 ਹਿੱਸੇ ਆਪੋ 'ਚ ਲੜਦੇ ਨਜ਼ਰ ਆਉਂਦੇ ਸੀ। ਮੇਰੇ ਜਿਉਂਦਿਆਂ ਹੀ ਇਹ ਪਾਜੀ ਸਕੱਤਰ ਬਣ ਜਾਏ। ਸੰਤ ਸਿੰਘ, ਉਹ ਆਪਣੇ ਪ੍ਰਣ ਯਾਦ ਕਰ, ਮੌਤ ਦੀ ਘੜੀ ਨੇ ਫੇਰ ਆਉਣਾ ਅਤੇ ਜੇ ਦੁਨੀਆ 'ਚ ਇੱਜ਼ਤ ਹੀ ਨਾ ਰਹੀ ਤਾਂ ਜਿਉਣਾ ਕੀ ਹੋਇਆ? ਮੈਂ ਤਾਂ ਕੱਖੋਂ ਹਾਲਾ ਹੋ ਜਾਵਾਂਗਾ। ਅਤੇ ਕੀ ਤੂੰ ਸਮਝਦਾ ਹੈ ਕਿ ਹੁਣ ਦੁਨੀਆ ਤੇਰੀ ਇੱਜ਼ਤ ਕਰਦੀ ਹੈ?
ਇਹ ਠੀਕ ਹੈ, ਜਦ ਤੂੰ ਬਾਜ਼ਾਰਾਂ 'ਚੋਂ ਲੰਘਣਾ ਹੈ ਤੇ ਤੈਨੂੰ ਲੋਕੀ ਉੱਠ ਉੱਠ ਕੇ ਸਲਾਮਾਂ ਕਰਦੇ ਨੇ, ਪਰ ਤੇਰੀ ਪਿੱਠ ਪਿੱਛੇ ਤਾਂ ਇਹੋ ਕਹਿੰਦੇ ਹੈ ਕਿ ਇਹ ਹਲਕਿਆ ਕੁੱਤਾ ਹੈ, ਇਹ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਹਨੇ ਭਾਈ ਕਰਮ ਸਿੰਘ ਨੂੰ ਵੀ ਨਾ ਛੱਡਿਆ। ਪਹਿਲਾ ਮਨ ਫੇਰ ਕਹਿਣ ਲੱਗਾ, ਕੁਝ ਵੀ ਹੋਵੇ ਮੈਂ ਸ਼ਾਮ ਸਿੰਘ ਨੂੰ ਇੱਕ ਵਾਰੀ ਸਕੱਤਰੀ ਤੋਂ ਜ਼ਰੂਰ ਹਟਾ ਕੇ ਛੱਡਣਾ, ਤੇ ਇਸ ਨੀਚ ਨੇ ਮੇਰੇ ਨਾਲ ਕਿੱਡੀ ਚਲਾਕੀ ਕੀਤੀ ਹੈ। ਮੈਂ ਬਿਮਾਰ ਹੋਵਾਂ ਤੇ ਫਿਰ ਉਹ ਸਕੱਤਰ ਬਣ ਜਾਏ। ਤੇ ਦੂਜਾ ਮਨ ਕਹਿਣ ਲੱਗਾ, ਸਕੱਤਰੀ 'ਚ ਕੀ ਪਿਆ ਹੈ, ਕੋਈ ਚੰਗੇ ਕਰਮ ਵੀ ਕਰ ਲੈ, ਜਹਾਨ ਦੀ ਸੋਭਾ ਵੀ ਤਾਂ ਉਹਨਾਂ ਨੂੰ ਮਿਲਦੀ ਹੈ ਜੋ ਆਪਾਂ ਗਵਾ ਕੇ ਸੰਸਾਰ ਦੀ ਸੇਵਾ ਕਰਦੇ ਹੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ। ਪਹਿਲਾ ਮਨ, ਮੇਰੇ ਪਾਸੋਂ ਪ੍ਰਣ ਨਹੀਂ ਨਿਭਦਾ, ਮੈਨੂੰ ਤਾਂ ਪਰਮਾਤਮਾ ਨੇ ਅਕਲ ਦਿੱਤੀ ਹੈ, ਮੈਂ ਮੂਰਖਾਂ ਨੂੰ ਪਿੱਛੇ ਲਾਉਣ ਲਈ ਇਹਨੂੰ ਵਰਤਣਾ ਤਾਂ ਹੋਇਆ। ਰੋਟੀ ਖਾਈਏ ਸ਼ੱਕਰ ਨਾਲ, ਦੁਨੀਆ ਲੁੱਟੀਏ ਮੱਕਰ ਨਾਲ। ਗੱਲ ਕੀ, ਉਹੀ ਮਾਸਟਰ ਸੰਤ ਸਿੰਘ ਤੇ ਉਹੀ ਉਹਦੀਆਂ ਚਾਲਾਂ ਤੇ ਉਹੀ ਉਹਦੇ ਕਰਤੱਵ। ਸਵੇਰ ਹੋਈ, ਪਹਿਲਾਂ ਮਲਕ ਸਾਹਿਬ ਪਾਸ ਗਿਆ, ਉਹਨਾਂ ਨੂੰ ਟੋਇਆ, ਪਰ ਵੇਖਿਆ ਇਹਨਾਂ ਤਿਲਾਂ 'ਚ ਤੇਲ ਨਹੀਂ। ਮਾਸਟਰ ਸੰਤ ਸਿੰਘ ਚਾਤਰ ਸੀ ਤੇ ਨਾਲ ਹੀ ਉਸ 'ਚ ਇੱਕ ਗੁਣ ਸੀ ਕਿ ਉਹ ਨਾ ਕਾਮਯਾਬ ਹੋ ਕੇ ਵੀ ਘਬਰਾਉਂਦਾ ਨਹੀਂ ਸੀ। ਆਪਣੇ ਮਤਲਬ ਦੀ ਪੂਰਤੀ ਲਈ ਉਹ ਕਈ ਵਸੀਲੇ ਧਾਰਨ ਕਰਦਾ ਸੀ, ਪਰ ਸਾਹ ਤਦ ਲੈਂਦਾ ਸੀ ਜਦ ਮੰਤਵ ਪੂਰਾ ਹੋ ਜਾਏ। ਤੇ ਭਾਈ ਕਰਮ ਸਿੰਘ 1 ਮਹੀਨੇ ਦੇ ਕਰੀਬ ਮਹਾਤਮਾ ਜੀ ਪਾਸ ਰਿਖੀਕੇਸ਼ ਰਿਹਾ। ਮਹਾਤਮਾ ਜੀ ਤੇ ਭਾਈ ਰਾਮ ਸਿੰਘ ਨਾਲ ਉਹਦਾ ਇੰਨਾ ਡੂੰਘਾ ਪਿਆਰ ਹੋ ਗਿਆ ਕਿ ਉਹਨਾਂ ਤੋਂ ਵਿਛੜਨ ਦਾ ਦਿਲ ਨਾ ਕਰੇ। ਪਰ ਮਹਾਤਮਾ ਜੀ ਕਹਿਣ ਕਿ ਜਾਓ ਭਾਈ ਕਰਮ ਸਿੰਘ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਰਾਵਲਪਿੰਡੀ 'ਚ ਸਿੱਖੀ ਜੀਵਨ ਦੀ ਮਹਿਕ ਪੈਦਾ ਕਰੋ। ਹੁਕਮ ਸਿਰ ਮੱਥੇ ਤੇ ਮੰਨ ਕੇ ਭਾਈ ਕਰਮ ਸਿੰਘ ਰਾਵਲਪਿੰਡੀ ਆ ਗਿਆ। ਪਰਮਾਤਮਾ ਦੀ ਨੇਤ ਦਿਨ ਫੇਰ ਫਿਰੇ। ਭਾਈ ਕਰਮ ਸਿੰਘ ਨੇ ਫਿਰ ਉਹੀ ਸਬਜ਼ੀ ਦਾ ਕੰਮ ਸ਼ੁਰੂ ਕੀਤਾ। ਕੰਮ ਵਧਿਆ, ਇੰਨਾ ਵਧਿਆ ਕਿ ਭਾਈ ਕਰਮ ਸਿੰਘ ਨੂੰ 2-3 ਨੌਕਰ ਰੱਖਣੇ ਪਏ। ਮਾਇਆ ਦੇ ਗੱਫੇ ਵੀ ਚੰਗੇ ਆਉਣ ਲੱਗ ਪਏ ਤੇ ਸ਼ਹਿਰ 'ਚ ਇੱਜ਼ਤ ਹੋ ਗਈ। ਮਲਕ ਜੀ ਦੇ ਘਰੋਂ ਨਿਕਲ ਕੇ ਮਾਸਟਰ ਸੰਤ ਸਿੰਘ ਸਿੱਧਾ ਭਾਈ ਕਰਮ ਸਿੰਘ ਦੇ ਘਰ ਗਿਆ। ਮਾਸਟਰ ਸੰਤ ਸਿੰਘ ਬੜਾ ਦੰਭੀ ਸੀ, ਜਾਂਦਾ ਹੀ ਉਹਨੇ ਭਾਈ ਕਰਮ ਸਿੰਘ ਦੇ ਚਰਨ ਫੜ ਲਏ। ਕਹਿਣ ਲੱਗਾ, ਪਿਛਲੀਆਂ ਭੁੱਲਾਂ ਤਾਂ ਬਖਸ਼ੋ, ਬਾਕੀ ਉਮਰ ਮੈਂ ਤੁਹਾਡਾ ਸਦਾ ਹੱਥ ਬੱਧਾ ਗੁਲਾਮ ਰਵਾਂਗਾ। ਫਿਰ ਉਹਨੇ ਸਕੱਤਰੀ ਦੀ ਗੱਲ ਛੇੜਤੀ ਤੇ ਭਾਈ ਕਰਮ ਸਿੰਘ ਨੂੰ ਕਹਿਣ ਲੱਗਾ ਕਿ ਜਾਂ ਤੁਸੀਂ ਆਪ ਸਕੱਤਰ ਬਣੋ, ਨਹੀਂ ਤਾਂ ਮੇਰੀ ਸਕੱਤਰੀ ਬਣਨ 'ਚ ਸਹਾਇਤਾ ਕਰੋ। ਸ਼ਾਮ ਸਿੰਘ ਵਰਗੇ ਨੀਚ ਆਦਮੀ ਨੂੰ ਮੈਂ ਸਕੱਤਰ ਨਹੀਂ ਰਹਿਣ ਦੇਣਾ। ਭਾਈ ਕਰਮ ਸਿੰਘ ਨੇ ਜਵਾਬ ਦਿੱਤਾ, ਮਾਸਟਰ ਜੀ, ਮੈਂ ਇੱਕ ਗਰੀਬ ਕਿਰਤੀ ਸਿੱਖ ਹਾਂ, ਗੁਰਦੁਆਰੇ ਸਵੇਰੇ ਰੋਜ਼ ਕੀਰਤਨ ਸੁਣਨ ਲਈ ਜਾਂਦਾ। ਨਾ ਮੈਂ ਸਕੱਤਰੀ ਦੇ ਯੋਗ ਹਾਂ ਤੇ ਨਾ ਮੇਰੇ ਦਿਲ 'ਚ ਸਕੱਤਰ ਬਣਨ ਦੀ ਲਾਲਸਾ ਹੈ। ਮੇਰੇ ਲਈ ਸਰਦਾਰ ਸ਼ਾਮ ਸਿੰਘ ਸਕੱਤਰ ਰਹੇ ਜਾਂ ਤੁਸੀਂ ਬਣੋ, ਇੱਕੋ ਜਿਹੀ ਗੱਲ ਹੈ। ਤੇ ਮੇਰੇ ਜਿਹੇ ਗਰੀਬ ਆਦਮੀਆਂ ਦੀ ਇਹ ਗੱਲਾਂ ਵਿੱਤ ਤੋਂ ਬਾਹਰ ਹੈ। ਮਾਸਟਰ ਸੰਤ ਸਿੰਘ ਨੂੰ ਦੋਹਾਂ ਥਾਵਾਂ ਤੋਂ ਕੋਰਾ ਜਵਾਬ ਹੀ ਮਿਲਿਆ ਸੀ, ਪਰ ਉਹ ਬੜੀ ਪੱਕੀ ਮਿੱਟੀ ਦਾ ਬਣਿਆ ਸੀ, ਘਬਰਾਉਣ ਵਾਲਾ ਨਹੀਂ ਸੀ। ਦਿਮਾਗ ਉਹਦਾ ਖੂਬ ਚਾਤਰ ਸੀ। ਜੇ ਉਹ ਇੱਕ ਵਿਉਂਤ ਕਾਰਗਰ ਨਾ ਹੋਵੇ ਦੂਜੀ ਕੱਢ ਲੈਂਦਾ। ਉਹਨੇ ਸੋਚਿਆ, ਹੁਣ ਇਹ ਕੰਮ ਡਿਪਟੀ ਕਮਿਸ਼ਨਰ ਦੇ ਰਾਹੀਂ ਕਰਵਾਈਏ। ਡਲਟ ਸਾਹਿਬ ਜੋ ਇੱਥੇ ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ, ਬੜਾ ਕੰਮ ਕਰਨ ਵਾਲਾ ਤੇ ਸਖਤ ਆਦਮੀ ਮਸ਼ਹੂਰ ਸੀ। ਮਾਸਟਰ ਸੰਤ ਸਿੰਘ ਕਿੰਨਾ ਚਿਰ ਸੋਚਦਾ ਰਿਹਾ ਉਹਨੂੰ ਹੱਥਾਂ 'ਤੇ ਕਿਸ ਤਰ੍ਹਾਂ ਪਾਈਏ। ਡਲਟ ਸਾਹਿਬ ਨੂੰ ਮਿਲਣਾ ਵੀ ਤਾਂ ਕੋਈ ਸੌਖੀ ਗੱਲ ਨਹੀਂ ਸੀ। ਆਖਿਰ ਉਹਦੇ ਦਿਮਾਗ 'ਚ ਸੋਚ ਆਈ ਕਿ ਪੈਣੀ ਸਾਹਿਬ, ਜਿਸ ਨਾਲ ਉਹਨੇ ਬੜੇ ਮਿੱਤਰਾਨਾ ਤਲਕਾਤ ਸੀ, ਦਿੱਲੀ 'ਚ ਹੁਣ ਕਮਿਸ਼ਨਰ ਲੱਗਾ ਹੋਇਆ, ਉਹਨੂੰ ਮਿਲਿਆ ਜਾਏ। ਮਾਸਟਰ ਸੰਤ ਸਿੰਘ ਇਰਾਦੇ ਦਾ ਮਜ਼ਬੂਤ ਤੇ ਉੱਦਮੀ ਆਦਮੀ ਸੀ। ਝੱਟ ਦਿੱਲੀ ਗਿਆ, ਉੱਥੋਂ ਡਲਟ ਸਾਹਿਬ ਦੇ ਨਾਮ ਪੈਣੀ ਸਾਹਿਬ ਦੀ ਚਿੱਠੀ ਲੈ ਆਇਆ। ਉਸ ਚਿੱਠੀ 'ਚ ਇਹ ਲਿਖਿਆ ਸੀ ਕਿ ਮਾਸਟਰ ਸੰਤ ਸਿੰਘ ਸਰਕਾਰ ਦਾ ਬੜਾ ਨਮਕ ਹਲਾਲ ਤੇ ਇਤਬਾਰੀ ਆਦਮੀ ਹੈ। ਇਹਦੀਆਂ ਖਬਰਾਂ ਹਮੇਸ਼ਾ ਸੱਚੀਆਂ ਹੁੰਦੀਆਂ ਤੇ ਇਹ ਸਰਕਾਰ ਦਾ ਸੱਚਾ ਦੋਸਤ ਹੈ। ਡਲਟ ਸਾਹਿਬ 'ਤੇ ਇਸ ਚਿੱਠੀ ਦਾ ਚੋਖਾ ਅਸਰ ਹੋਇਆ। ਉਹ ਮਾਸਟਰ ਸੰਤ ਸਿੰਘ ਨੂੰ ਬੜੇ ਸਤਿਕਾਰ ਨਾਲ ਮਿਲਿਆ ਤੇ ਕਹਿਣ ਲੱਗਾ, अच्छा मास्टर साहब, आप जिस वक्त चाहें हमें मिल सकते हैं। देखिए, हमने सुना है कि पंडित जानकी नारायण और 1-2 और वकील लाला लाजपत राय के पैरोकार बने हुए हैं और यहाँ कोई रावलपिंडी में शरारत करना चाहते हैं। आप हमें सही खबर ला कर दें कि क्या बात है। ਮਾਸਟਰ ਸੰਤ ਸਿੰਘ ਨੇ ਇਸ ਗੱਲ ਦੀ ਚੰਗੀ ਖੋਜ ਕੀਤੀ ਤੇ ਠੀਕ ਹਾਲਾਤ ਡਾਲਟ ਸਾਹਿਬ ਨੂੰ ਦੱਸੇ ਤੇ 15-20 ਦਿਨਾਂ ਵਿੱਚ ਹੀ ਉਹਨੂੰ ਆਪਣੇ ਹੱਥਾਂ 'ਤੇ ਪਾ ਲਿਆ। ਫਿਰ ਲੱਗਾ ਆਪਣੀ ਚਾਲ ਚੱਲਣ ਤੇ ਇੱਕ ਦਿਨ ਡਾਲਟ ਸਾਹਿਬ ਨੂੰ ਕਹਿਣ ਲੱਗਾ ਕਿ ਸ਼ਾਮ ਸਿੰਘ ਜੋ ਸਰਕਾਰੀ ਵਕੀਲ ਹੈ, ਉਹਦੇ ਪੰਡਿਤ ਜਾਨਕੀ ਨਾਰਾਇਣ ਨਾਲ ਕੁਝ ਮਿੱਤਰਾਨਾ ਸੰਬੰਧ ਹੈ ਤੇ ਨਾਲੇ ਵੱਡੀ ਖਾ ਕੇ ਸਰਕਾਰੀ ਮੁਕੱਦਮਾ ਕਮਜ਼ੋਰ ਕਰ ਦਿੰਦਾ ਹੈ। ਡਾਲਟ ਸਾਹਿਬ ਕਹਿਣ ਲੱਗਾ, ਮਾਸਟਰ ਸਾਹਿਬ, ਕਿ ਆਪ ਇਸਕਾ ਕੁਝ ਸਬੂਤ ਦੇ ਸਕਤੇ हैं। ਮਾਸਟਰ ਸੰਤ ਸਿੰਘ ਇਸ ਮੌਕੇ ਨੂੰ ਹੀ ਉਡੀਕਦਾ ਸੀ। ਦੂਜੇ ਦਿਨ 2 ਆਦਮੀਆਂ ਨੇ ਡਿਪਟੀ ਕਮਿਸ਼ਨਰ ਦੇ ਪੇਸ਼ ਕੀਤੇ, ਜਿਨ੍ਹਾਂ ਨੇ ਬਿਆਨ ਦਿੱਤੇ ਕਿ ਹਾਂ, ਸ਼ਾਮ ਸਿੰਘ ਨੇ ਸਾਡੇ ਤੋਂ ਵੱਢੀ ਲਈ ਹੈ। ਡਲਟ ਸਾਹਿਬ ਦੇ ਮਲਕ ਸੋਹਣ ਸਿੰਘ ਨਾਲ ਵੀ ਚੰਗੇ ਤਲਕਾਤ ਸੀ ਤੇ ਉਹਨੂੰ ਪਤਾ ਸੀ ਕਿ ਸ਼ਾਮ ਸਿੰਘ ਮਲਕ ਦਾ ਬੇਲੀ ਹੈ। ਮਲਕ ਨੂੰ ਸੱਦ ਕੇ ਡਲਟ ਸਾਹਿਬ ਨੇ ਕਿਹਾ, वो जो तुम्हारा साथी शाम सिंह है वो रिश्वत लेता है, हमें इस बात का पूरा यकीन हो चुका है।
ਮਲਕ ਜੀ ਨੇ ਸਿਰ ਤੋੜ ਕੋਸ਼ਿਸ਼ ਕੀਤੀ ਕਿ ਸਾਹਿਬ ਦਾ ਭਰਮ ਹਟਾਇਆ ਜਾਏ, ਪਰ ਇਹ ਨਾ ਹਟਿਆ। ਮਲਕ ਨੂੰ ਇਹ ਵੀ ਪਤਾ ਸੀ ਕਿ ਇਹ ਸਭ ਮਾਸਟਰ ਸੰਤ ਸਿੰਘ ਦੀ ਕਾਰਸਤਾਨੀ ਹੈ। ਡਾਕਟਰ ਸਾਹਿਬ ਦੇ ਲਿਖਣ ਤੇ ਸ਼ਾਮ ਸਿੰਘ ਪਿੰਡੀਓਂ ਮੁਜ਼ੱਫਰਗੜ੍ਹ ਬਦਲ ਦਿੱਤਾ ਗਿਆ ਤੇ ਇਸ ਤਬਦੀਲੀ ਨਾਲ ਮਾਸਟਰ ਸੰਤ ਸਿੰਘ ਦਾ ਪਿਛਲਾ ਰੋਹ ਫਿਰ ਕਾਇਮ ਹੋ ਗਿਆ। ਸ਼ਾਮ ਸਿੰਘ ਦੇ ਬਦਲ ਜਾਣ ਤੇ ਸਿੰਘ ਸਭਾ ਦੇ ਸਕੱਤਰ ਦੀ ਚੋਣ ਹੋ ਰਹੀ ਸੀ ਤੇ ਸਿੰਘ ਸਭਾ ਦੇ ਭਰੇ ਦੀਵਾਨ 'ਚ ਮਲਕ ਸੋਹਣ ਸਿੰਘ ਨੇ ਇਸ ਤਰ੍ਹਾਂ ਕਿਹਾ, ਸਾਧ ਸੰਗਤ ਜੀ, ਆਪ ਨੂੰ ਪਤਾ ਹੈ ਕਿ ਮਾਸਟਰ ਸੰਤ ਸਿੰਘ ਨੇ ਇਸ ਸਿੰਘ ਸਭਾ ਦੀ ਕਿੰਨੀ ਸੇਵਾ ਕੀਤੀ ਹੈ। ਸੱਚ ਪੁੱਛੋ ਤਾਂ ਮਾਸਟਰ ਜੀ ਪੋਠੋਹਾਰ ਦੇ ਸਿੱਖਾਂ ਦੇ ਇੱਕ ਵਾਦ ਲੀਡਰ ਹਨ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇੱਕ ਐਸਾ ਰੌਸ਼ਨ ਦਿਮਾਗ, ਨੇਕ ਉਦਮੀ ਤੇ ਰਸੂਖ ਵਾਲਾ ਆਗੂ ਮਿਲਿਆ ਹੋਇਆ। ਮਾਸਟਰ ਜੀ ਸਭਾ ਦੀ ਸਕੱਤਰੀ ਦੀ ਸੇਵਾ ਬਹੁਤ ਚਿਰ ਤੋਂ ਕਰਦੇ ਆਏ ਹਨ। ਇਹਨਾਂ ਦੀ ਬਿਮਾਰੀ ਦੇ ਦਿਨਾਂ 'ਚ ਇਹ ਸੇਵਾ ਆਰਜ਼ੀ ਤੌਰ 'ਤੇ ਸਰਦਾਰ ਸ਼ਾਮ ਸਿੰਘ ਦੇ ਸਪੁਰਦ ਕੀਤੀ ਗਈ ਸੀ ਤੇ ਉਹ ਹੁਣ ਇੱਥੋਂ ਬਦਲ ਗਏ ਹਨ ਤੇ ਮੈਂ ਤਜਵੀਜ਼ ਕਰਦਾ ਕਿ ਮਾਸਟਰ ਜੀ ਨੂੰ ਫਿਰ ਸਿੰਘ ਸਭਾ ਦਾ ਸਕੱਤਰ ਬਣਾਓ। ਇਸ ਤਜਵੀਜ਼ ਦੀ ਤਾਈਦ ਮਜ਼ੀਦ ਹੋ ਗਈ। ਇਸ ਦੇ ਉਪਰੰਤ ਮਾਸਟਰ ਸੰਤ ਸਿੰਘ ਉੱਠਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਮੈਂ ਸੰਗਤ ਦਾ ਬੜਾ ਧੰਨਵਾਦ ਕਰਦਾ ਕਿ ਸੰਗਤ ਮੇਰੇ ਵਰਗੇ ਤੁੱਛ ਆਦਮੀ ਨੂੰ ਸਕੱਤਰੀ ਦਾ ਮਾਣ ਬਖਸ਼ਣਾ ਚਾਹੁੰਦੀ ਹੈ। ਸਾਧ ਸੰਗਤ ਜੀ, ਇਹ ਪਦਵੀ ਦਰਅਸਲ ਕਿਸੇ ਐਸੇ ਪੁਰਸ਼ ਨੂੰ ਦੇਣੀ ਚਾਹੀਦੀ ਹੈ ਜਿਹਦਾ ਜੀਵਨ ਸਿੱਖੀ ਦੀ ਰੰਗਤ 'ਚ ਰੰਗਿਆ ਹੋਇਆ ਹੋਵੇ। ਸ੍ਰੀਮਾਨ ਭਾਈ ਕਰਮ ਸਿੰਘ ਜੀ ਬੜੇ ਉੱਚ ਜੀਵਨ ਵਾਲੇ ਤੇ ਅਦੁੱਤੀ ਕੁਰਬਾਨੀ ਕਰਨ ਵਾਲੇ ਗੁਰਸਿੱਖ ਹਨ। ਆਪ ਦੀ ਸੋਭਾ ਕੇਵਲ ਰਾਵਲਪਿੰਡੀ ਤੇ ਪੋਠੋਹਾਰ 'ਚ ਹੀ ਨਹੀਂ, ਸਾਰੇ ਪੰਜਾਬ 'ਚ ਫੈਲੀ ਹੋਈ ਹੈ। ਇਹ ਤਾਂ ਐਸੇ ਗੁਰਸਿੱਖ ਹੈ ਕਿ ਜਿਨ੍ਹਾਂ ਦੀ ਚਰਨ ਧੂੜ ਵੀ ਮੇਰੇ ਵਰਗੇ ਪਾਪੀਆਂ ਨੂੰ ਉੱਚਾ ਕਰਨ ਲਈ ਅਕਸੀਰ ਦਾ ਕੰਮ ਕਰਦੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਮੈਂ ਤਜਵੀਜ਼ ਕਰਦਾ ਕਿ ਸਭ ਸੰਗਤ ਵੱਲੋਂ ਭਾਈ ਕਰਮ ਸਿੰਘ ਜੀ ਅੱਗੇ ਬੇਨਤੀ ਕੀਤੀ ਜਾਏ ਕਿ ਉਹ ਸਕੱਤਰੀ ਦੀ ਸੇਵਾ ਨੂੰ ਸਵੀਕਾਰ ਕਰਨ। ਸੰਗਤਾਂ 'ਚੋਂ ਆਵਾਜ਼ਾਂ ਆਉਣ ਲੱਗ ਪਈਆਂ, ਹਾਂ ਭਾਈ ਕਰਮ ਸਿੰਘ ਨੂੰ ਸਕੱਤਰ ਬਣਾਓ। ਜੈਕਾਰੇ ਵੀ ਗਜਾ ਦਿੱਤੇ ਗਏ। ਮਾਸਟਰ ਸੰਤ ਸਿੰਘ ਦੀ ਚਾਲ ਕਾਮਯਾਬ ਹੋਈ। ਉਹ ਭਰੀ ਸੰਗਤ 'ਚ ਭਾਈ ਕਰਮ ਸਿੰਘ ਦੇ ਮੂੰਹ ਇਹੀ ਕਹਾਉਣਾ ਚਾਹੁੰਦਾ ਸੀ। ਆਖਰ ਫੈਸਲਾ ਹੋਇਆ ਕਿ ਮਾਸਟਰ ਸੰਤ ਸਿੰਘ ਨੂੰ ਹੀ ਸਕੱਤਰ ਬਣਾਇਆ ਜਾਏ, ਕਿਉਂਕਿ ਭਾਈ ਕਰਮ ਸਿੰਘ ਨੇ ਕਿਹਾ ਕਿ ਸਾਧ ਸੰਗਤ ਜੀ, ਮੈਨੂੰ ਸ਼ਰਮਿੰਦਾ ਨਾ ਕਰੋ, ਮੈਂ ਤਾਂ ਇੱਕ ਮੂੜ ਆਦਮੀ ਹਾਂ ਤੇ ਮੈਨੂੰ ਬਖਸ਼ੋ ਤੇ ਮਾਸਟਰ ਸੰਤ ਸਿੰਘ ਨੂੰ ਹੀ ਸਕੱਤਰ ਬਣਾਓ। ਮਾਸਟਰ ਸੰਤ ਸਿੰਘ ਗਲ 'ਚ ਦੁਪੱਟਾ ਪਾ ਕੇ ਖੜਾ ਹੋ ਗਿਆ ਤੇ ਬੜੀ ਨਿਮਰਤਾ ਨਾਲ ਸ਼ਬਦ ਪੜ੍ਹਨ ਲੱਗਾ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ, ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਤੇ ਜਦੋਂ ਮਾਸਟਰ ਸੰਤ ਸਿੰਘ ਇਹ ਸ਼ਬਦ ਪੜ੍ਹ ਰਿਹਾ ਸੀ ਤਾਂ ਉਹਦੇ ਨੇਤਰਾਂ 'ਚੋਂ ਜਲ ਵਗਦਾ ਸੀ। ਸੰਗਤ ਵਿੱਚੋਂ ਵੀ ਕਈ ਆਦਮੀ ਰੋ ਰਹੇ ਸਨ। ਆਖਣ ਲੱਗਾ, ਸਾਧ ਸੰਗਤ ਜੀ, ਮੈਂ ਬਹੁਤ ਪਾਪੀ ਹਾਂ। ਹਮ ਅਵਗੁਣ ਭਰੇ ਇੱਕ ਗੁਣ ਨਹੀਂ। ਮੈਨੂੰ ਤਾਂ ਤੁਸੀਂ ਜੋੜੇ ਝਾੜਨ ਦੀ ਸੇਵਾ ਦੇਣੀ ਸੀ, ਪਰ ਜੇ ਸੰਗਤ ਨੂੰ ਇਹੋ ਪ੍ਰਵਾਨ ਹੈ ਤੇ ਮੈਂ ਦਾਸ ਹਾਂ। ਸਾਧ ਸੰਗਤ, ਮੇਰੇ ਸਿਰ 'ਤੇ ਆਪਣਾ ਹੱਥ ਰੱਖੋ ਤੇ ਮੇਰੇ ਪਿਛਲੇ ਤੇ ਅਗਲੇ ਔਗੁਣਾਂ 'ਤੇ ਬਖਸ਼ਿਸ਼ ਕਰਨੀ ਤੇ ਕਲਮ ਫੇਰ ਦੇਣੀ। ਧੰਨਵਾਦ।